Students, in this lecture we will discuss about time reversal test and factor reversal test of index number. In the previous videos we have discussed about the different 7 types of weighted index numbers ਜਿਹਦੇ ਵਿੱਚ ਅਸੀਂ ਲੈਸਪੀਅਰ, ਪਾਸਚੇ, ਡਾਰਵਿਸ਼ and ਮਾਰਸ਼ਲ ਐਜਵਰਥ, ਕੈਲੀਜ਼ ਮੈਥਡ ਐਂਡ ਫਿਸ਼ਰਸ ਮੈਥਡ ਪੜ੍ਹਿਆ। ਹੁਣ ਇਹ ਜਿਹੜੇ ਟੈਸਟ ਹੈਗੇ ਇਹ ਕੀ ਚੀਜ਼ ਆ, ਦੇਖੋ ਕਿਸੇ ਵੀ ਇੰਡੈਕਸ ਨੰਬਰ ਦੇ ਲਈ ਆਈਡੀਅਲ ਹੋਣ ਲਈ ਇੰਨੇ ਸਾਰੇ ਇੰਡੈਕਸ ਨੰਬਰ ਦੇ ਵਿੱਚ ਸਭ ਤੋਂ ਵਧੀਆ ਕਿਹੜਾ ਆ, ਸਭ ਤੋਂ ਬੈਸਟ ਕਿਹੜਾ ਆ, ਉਹ ਅਸੀਂ ਮੰਨਦੇ ਹਾਂ ਫਿਸ਼ਰਸ ਇੰਡੈਕਸ ਨੰਬਰ। ਬਟ ਉਹਨੂੰ ਕਿਉਂ ਮੰਨਦੇ ਆ, ਉਹ ਇਸ ਕਰਕੇ ਮੰਨਦੇ ਆ ਬਿਕਾਜ਼ ਕੁਛ ਜਿਹੜੇ ਟੈਸਟ ਹੈਗੇ ਆ, ਜਿਸ ਤਰ੍ਹਾਂ ਇੱਥੇ ਅਸੀਂ ਵੈਸੇ ਤਾਂ ਹੋਰ ਵੀ ਟੈਸਟ ਹੈਗੇ ਆ ਜਿੱਦਾਂ ਯੂਨਿਟ ਟੈਸਟ ਆ ਐਂਡ ਹੋਰ ਟੈਸਟ ਵੀ ਸਰਕੂਲਰ ਟੈਸਟ ਹੁੰਦਾ ਆ, ਲੇਕਿਨ ਜੋ ਟਾਈਮ ਰਿਵਰਸਲ ਐਂਡ ਫੈਕਟਰ ਰਿਵਰਸਲ ਟੈਸਟ ਆ ਇਹ ਇੰਡੈਕਸ ਨੰਬਰਸ ਨੂੰ ਚੈੱਕ ਕਰਨ ਦਾ ਸਭ ਤੋਂ ਜਿਹੜੇ ਜ਼ਿਆਦਾ ਵਾਈਡਲੀ ਯੂਜ਼ਡ ਐਂਡ ਮੋਸਟ ਇੰਪੋਰਟੈਂਟ ਟੈਸਟ ਹੈਗੇ ਆ। ਜਿਹੜਾ ਵੀ ਮੈਥਡ ਇਹਨਾਂ ਟੈਸਟਸ ਨੂੰ ਸੈਟਿਸਫਾਈ ਕਰਦਾ ਆ ਉਹ ਮੈਥਡ ਹੀ ਉਸ ਮੈਥਡ ਨੂੰ ਅਸੀਂ ਆਈਡੀਅਲ ਮੰਨਦੇ ਹਾਂ। ਹੁਣ ਸਿਰਫ ਫਿਸ਼ਰਸ ਮੈਥਡ ਹੀ ਇੱਕ ਇੱਦਾਂ ਦਾ ਇੰਡੈਕਸ ਨੰਬਰ ਦਾ ਮੈਥਡ ਆ ਜਿਹੜਾ ਕਿ ਟਾਈਮ ਰਿਵਰਸਲ ਟੈਸਟ ਨੂੰ ਵੀ ਸੈਟਿਸਫਾਈ ਕਰਦਾ ਆ ਅਤੇ ਫੈਕਟਰ ਰਿਵਰਸਲ ਟੈਸਟ ਨੂੰ ਵੀ ਸੈਟਿਸਫਾਈ ਕਰਦਾ ਆ। ਹੁਣ ਅਸੀਂ ਇੱਥੇ ਟਾਈਮ ਰਿਵਰਸਲ ਟੈਸਟ ਦੀ ਅਗਰ ਗੱਲ ਕਰੀਏ ਤਾਂ ਟਾਈਮ ਰਿਵਰਸਲ ਟੈਸਟ ਹੁੰਦਾ ਕੀ ਆ। ਹੁਣ ਫਿਸ਼ਰ ਨੇ ਹੀ ਇਸ ਟੈਸਟ ਦੀ ਜਿਹੜੀ ਆ ਉਹਨਾਂ ਨੇ ਹੀ ਇਸ ਟੈਸਟ ਨੂੰ ਪ੍ਰੋਪਾਉਂਡ ਕੀਤਾ ਸੀ, ਉਹਨਾਂ ਨੇ ਇਹ ਟੈਸਟ ਬਣਾਇਆ ਸੀ। ਹੁਣ ਉਹਨਾਂ ਦੇ ਅਕੋਰਡਿੰਗ ਉਹ ਕੀ ਕਹਿ ਰਹੇ ਆ ਕਿ ਅਗਰ ਅਸੀਂ ਕੋਈ ਇੰਡੈਕਸ ਨੰਬਰ ਜਿਹੜਾ ਹੈਗਾ ਆ ਉਹਦਾ ਅਸੀਂ ਉਹਦੇ ਤੋਂ ਕੋਈ ਇੰਡੈਕਸ ਨੰਬਰ ਬੇਸ ਈਅਰ ਲੈ ਕੇ ਕੈਲਕੂਲੇਟ ਕੀਤਾ, ਅਗਰ ਇਸ ਬੇਸ ਈਅਰ ਨੂੰ ਅਸੀਂ ਰਿਵਰਸ ਕਰੀਏ ਮਤਲਬ ਕਿਸੇ ਹੋਰ ਈਅਰ ਨੂੰ ਬੇਸ ਲੈ ਕੇ ਉਹਦੇ 'ਤੇ ਟਾਈਮ ਰਿਵਰਸ ਕਰੀਏ ਤਾਂ ਜਿਹੜੀਆਂ ਵੈਲਿਊਜ਼ ਆਉਣੀਆਂ ਚਾਹੀਦੀਆਂ ਉਹ ਵੀ ਰੈਸੀਪ੍ਰੋਕਲ ਆਉਣੀਆਂ ਚਾਹੀਦੀਆਂ। ਤਾਂ ਇਹਨਾਂ ਦੇ ਵਿੱਚ ਅਗਰ ਅਸੀਂ ਪੜ੍ਹੀਏ ਤਾਂ ਟਾਈਮ ਰਿਵਰਸਲ ਟੈਸਟ ਦੇ ਵਿੱਚ ਇਹੀ ਗੱਲ ਕਹੀ ਗਈ ਆ ਕਿ the formula for calculating an index number should be such that it gives the same ratio between one point of comparison and the other, no matter which of the two is taken as the base, or putting it another way, the index number reckoned forward should be reciprocal of the one reckoned backward। तो चाहे backward ਅਸੀਂ ਉਹਨਾਂ ਨੂੰ ਇੰਡੈਕਸ ਨੂੰ ਕੈਲਕੂਲੇਟ ਕਰੀਏ ਚਾਹੇ ਫਾਰਵਰਡ, ਉਹਦਾ ਜੋ ਇੰਡੈਕਸ ਨੰਬਰ ਸਾਡੇ ਕੋਲ ਆਉਣਾ ਚਾਹੀਦਾ ਉਹ ਫਿਰ ਇੱਕ ਦੂਸਰੇ ਦਾ ਰੈਸੀਪ੍ਰੋਕਲ ਆਉਣਾ ਚਾਹੀਦਾ। ਦੈਟ ਮੀਨਸ ਇੱਕ ਡਾਇਰੈਕਸ਼ਨ ਤੋਂ ਅਗਰ ਅਸੀਂ ਦੂਸਰੀ ਡਾਇਰੈਕਸ਼ਨ 'ਚ ਜਾ ਰਹੇ ਤਾਂ ਸਿਮਿਲਰਲੀ ਇੰਡੈਕਸ ਨੰਬਰ ਵੀ ਉਹਦਾ ਉਲਟਾ ਹੋ ਜਾਣਾ ਚਾਹੀਦਾ, ਰੈਸੀਪ੍ਰੋਕਲ ਹੋਣਾ ਚਾਹੀਦਾ। ਹੁਣ ਅਗਰ ਇਹਦੀ ਅਸੀਂ ਡੈਫੀਨੇਸ਼ਨ ਨੂੰ ਦੇਖੀਏ ਮੈਥੇਮੈਟੀਕਲੀ P01 × P10 ਇਕੁਅਲ ਟੂ ਅਗਰ 1 ਬਣਦਾ ਆ ਤਾਂ ਇਹਦਾ ਮਤਲਬ ਕੀ ਹੈ ਕਿ ਸਾਡਾ ਜਿਹੜਾ ਟੈਸਟ ਆ ਉਹ ਸੈਟਿਸਫਾਈ ਹੋ ਰਿਹਾ। ਹੁਣ ਇਹ ਟਾਈਮ ਰਿਵਰਸਲ ਟੈਸਟ ਦੀ ਸਾਡੇ ਕੋਲ ਜਿਹੜੇ ਮੈਥਮੈਟੀਕਲ ਇੰਟਰਪ੍ਰੀਟੇਸ਼ਨ ਆ। ਹੁਣ P01 0 ਦਾ ਮਤਲਬ ਕੀ ਹੁੰਦਾ, ਬੇਸ ਈਅਰ ਦੀਆਂ ਵੈਲਿਊਜ਼, 1 ਮਤਲਬ ਕਰੰਟ ਈਅਰ ਦੀਆਂ ਵੈਲਿਊਜ਼ ਜਾਂ ਨਿਊ ਈਅਰ ਦੀਆਂ ਵੈਲਿਊਜ਼। ਹੁਣ ਅਗਰ ਇਹਨਾਂ ਨੂੰ ਆਪਾਂ ਰਿਵਰਸ ਕਰ ਦਈਏ ਮਤਲਬ ਕਰੰਟ ਵਾਲੀਆਂ ਨੂੰ ਅਸੀਂ ਬੇਸ ਬਣਾ ਲਈਏ ਅਤੇ ਜਿਹੜੀਆਂ ਬੇਸ ਵਾਲੀਆਂ ਸੀ ਉਹਨੂੰ ਕਰੰਟ ਵੈਲਿਊਜ਼ ਬਣਾ ਲਈਏ ਅਤੇ ਤਾਂ ਅਸੀਂ ਇੰਡੈਕਸ ਨੰਬਰ ਫਾਈਂਡ ਕੀਤਾ। ਹੁਣ ਇਕੁਅਲ ਟੂ ਆ ਗਿਆ 1। ਹੁਣ ਇਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਇਕੁਅਲ ਟੂ 1 ਕਿੱਦਾਂ ਆ। ਜੋ ਮੈਂ ਹੁਣੇ ਤੁਹਾਨੂੰ ਦੱਸਿਆ ਕਿ ਟਾਈਮ ਰਿਵਰਸਲ ਟੈਸਟ ਸੀ ਉਹਨਾਂ ਨੇ ਕਿਹਾ ਕਿ ਜੇ ਇੰਡੈਕਸ ਨੰਬਰ ਦਾ ਅਸੀਂ ਬੇਸ ਈਅਰ ਜਿਹੜਾ ਉਲਟਾ ਕਰ ਦਈਏ ਦੈਟ ਮੀਨਸ ਕਿ ਦੇਖੋ ਅਸੀਂ ਇੰਡੈਕਸ ਨੰਬਰ P01 ਕਿੱਦਾਂ ਕਰਦੇ ਸੀ, ਇੱਕ ਸਾਡੇ ਕੋਲ P0 ਹੁੰਦਾ ਸੀ, P1 ਆ, Q0 ਆ, Q1 ਆ, ਇੱਕ ਪ੍ਰੀਵੀਅਸ ਈਅਰ ਆ, ਇੱਕ ਨਿਊ ਈਅਰ ਆ, ਇੱਕ ਨੂੰ ਅਸੀਂ ਬੇਸ ਮੰਨ ਲਿਆ, ਇੱਕ ਸਾਡੇ ਕੋਲ ਨਵੀਆਂ ਵੈਲਿਊਜ਼ ਆ। ਹੁਣ ਇਹਦੀ ਜਗ੍ਹਾ 'ਤੇ ਮੈਂ ਇਹਨੂੰ P0 ਬਣਾਤਾ, ਇਹਨੂੰ P1 ਬਣਾਤਾ, ਇਹਨੂੰ Q1 ਬਣਾਤਾ, ਇਹਨੂੰ Q0 ਉਲਟਾ ਕਰ ਦਿੱਤਾ। ਇੰਡੈਕਸ ਨੰਬਰ ਵੀ ਫਿਰ ਕੀ ਹੋਣੇ ਚਾਹੀਦੇ, ਉਹ ਕਹਿੰਦਾ ਵੈਲਿਊਜ਼ ਕੀ ਉਲਟੀਆਂ ਹੋ ਜਾਣੀਆਂ ਚਾਹੀਦੀਆਂ। ਸਪੋਜ਼ P01 ਦੀ ਵੈਲਿਊ ਅਗਰ ਮੇਰੇ ਕੋਲ 10 ਆ ਤਾਂ P10 ਦੀ ਵੈਲਿਊ ਆਵੇ 1/10। ਰੈਸੀਪ੍ਰੋਕਲ ਹੋ ਗਿਆ, ਉਲਟਾ ਹੋ ਗਿਆ। ਇਹ ਕਹਿ ਰਿਹਾ ਉਹ ਕਿ ਅਗਰ ਚਾਹੇ ਅਸੀਂ ਫਾਰਵਰਡ ਫੋਰਮ ਦੇ ਵਿੱਚ ਇੰਡੈਕਸ ਲਈਏ ਚਾਹੇ ਬੈਕਵਰਡ ਨੂੰ ਚੱਲੀਏ, ਲੇਕਿਨ ਅਗਰ ਅਸੀਂ ਉਹਨਾਂ ਦਾ ਟਾਈਮ ਰਿਵਰਸ ਕਰ ਦਿੱਤਾ ਮਤਲਬ ਜਿਹੜਾ ਪ੍ਰੀਵੀਅਸ ਸੀ ਉਹਨੂੰ ਕਰੰਟ ਬਣਾਤਾ, ਕਰੰਟ ਟਾਈਮ ਨੂੰ ਪ੍ਰੀਵੀਅਸ ਬਣਾਤਾ, ਤਾਂ ਟਾਈਮ ਰਿਵਰਸ ਕਰਨ ਦੇ ਨਾਲ ਜਿਹੜੇ ਸਾਡੇ ਕੋਲ ਨਵਾਂ ਇੰਡੈਕਸ ਵੈਲਿਊਜ਼ ਆਈਆਂ ਉਹ ਪਹਿਲੀਆਂ ਵੈਲਿਊਜ਼ ਦੇ ਬਿਲਕੁਲ ਰੈਸੀਪ੍ਰੋਕਲ ਹੋਣੀਆਂ ਚਾਹੀਦੀਆਂ। ਫਿਰ ਓਬਵੀਅਸਲੀ ਜਦੋਂ ਅਸੀਂ ਇਹ ਟਾਈਮ ਰਿਵਰਸ ਕਰਕੇ ਇਹਨਾਂ ਦੋਹਾਂ ਇੰਡੈਕਸਿਸ ਵੈਲਿਊ ਨੂੰ ਮਲਟੀਪਲਾਈ ਕਰਾਂਗੇ ਤਾਂ ਆਨਸਰ ਬਣ ਆਏਗਾ। ਹੁਣ ਦੇਖੋ ਇੱਥੇ ਪਹਿਲਾਂ P01 ਦੀ ਵੈਲਿਊ 10 ਸੀ, P10 ਦੀ ਉਹ ਕਹਿੰਦੇ ਕਿ ਆਉਣੀ ਚਾਹੀਦੀ 1/10, ਇਹਦਾ ਉਲਟਾ ਆਉਣੀ ਚਾਹੀਦੀ। ਹੁਣ ਦੋਹਾਂ ਨੂੰ ਮਲਟੀਪਲਾਈ ਕਰਕੇ ਦੇਖੋ ਆਨਸਰ ਕਿੰਨਾ ਆਇਆ, 1 ਹੋ ਗਿਆ। ਟੈਸਟ ਸੈਟਿਸਫਾਈ। ਬਸ ਇਹੀ ਚੀਜ਼ ਅਸੀਂ ਇਹਦੇ ਵਿੱਚ ਪੜ੍ਹਦੇ ਹਾਂ। ਹੁਣ ਇਹ ਸਿਰਫ ਕੰਡੀਸ਼ਨ ਜਿਹੜੀ ਹੈ ਨਾ, ਆਹ ਵਾਲੀ ਕੰਡੀਸ਼ਨ ਆ ਕਿ ਟਾਈਮ ਰਿਵਰਸ ਕਰਕੇ ਜਦੋਂ ਅਸੀਂ ਕੀਤਾ
कि प्रीवियस नूं करंट दे विच ते करंट ईयर नूं प्रीवियस ईयर 'च कन्वर्ट करके दुबारा इंडैक्स वैल्यूज़ फाइंड कीतियां। हुण ओह जिहड़ियां वैल्यूज़ सारियां आईयां ओह इस दे नालों ऑपोजिट आईयां, बिल्कुल एग्जैक्टली इहदा रेसिप्रोकल वैल्यूज़ आईयां। हुण अगर इस तरह हुंदा आ, ये सिर्फ साडे कोल मिलदा है ते फिशर्स मैथड ਦੇ ਨਾਲ ਮਿਲਦਾ। ਫਿਸ਼ਰਸ ਇੰਡੈਕਸ ਜਿਹੜਾ ਅਸੀਂ ਫਾਈਂਡ ਕੀਤਾ ਸੀ ਉਹਦੇ ਨਾਲ ਮਿਲਦਾ ਸੀ। ਤਾਂ ਫਿਸ਼ਰਸ ਇੰਡੈਕਸ ਕੀ ਸੀਗਾ? L ਇੰਟੂ P, ਲਾਸਟ ਪੇਅਰ ਇੰਟੂ ਪਾਸਟ ਚੇਜ਼। ਇੰਡੈਕਸ ਨੰਬਰ ਨੂੰ ਮਲਟੀਪਲਾਈ ਕਰਕੇ ਅਗਰ ਉਹਦਾ ਰੂਟ ਕਰ ਦਈਏ ਤਾਂ ਇਹ ਸਾਡੇ ਕੋਲ ਫਿਸ਼ਰਸ ਇੰਡੈਕਸ ਆ ਜਾਂਦਾ ਸੀ। ਫਿਸ਼ਰਸ ਮੈਥਡ ਦੇ ਨਾਲ P01 ਆ ਜਾਂਦਾ ਸੀ। ਹੁਣ ਅਸੀਂ ਇੱਕ ਨੂਮੈਰੀਕਲ ਕਰਕੇ ਇਹਨੂੰ ਅਪਲਾਈ ਕਰਕੇ ਦੇਖਾਂਗੇ। ਸੋ ਇਸੇ ਤਰ੍ਹਾਂ ਜਦੋਂ ਅਸੀਂ ਫੈਕਟਰ ਰਿਵਰਸਲ ਟੈਸਟ ਦੀ ਗੱਲ ਕਰਦੇ ਹਾਂ ਤਾਂ ਫੈਕਟਰ ਰਿਵਰਸਲ ਟੈਸਟ ਵੀ ਜਿਹੜਾ ਆ ਸਿਰਫ ਔਰ ਸਿਰਫ ਫਿਸ਼ਰ ਟੈਸਟ ਹੀ, ਫਿਸ਼ਰ ਮੈਥਡ ਹੀ ਜਿਹੜਾ ਆ ਉਹ ਸੈਟਿਸਫਾਈ ਕਰਦਾ ਹੈ। ਹੁਣ ਫੈਕਟਰ ਰਿਵਰਸਲ ਟੈਸਟ ਦੇ ਲਈ ਫਿਸ਼ਰ ਕੀ ਕਹਿ ਰਹੇ ਆ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਫੈਕਟਰ ਰਿਵਰਸਲ ਟੈਸਟ ਸੈਟਿਸਫਾਈ ਹੋਵੇ, ਉਹਦੀ ਮੈਥਮੈਟੀਕਲ ਇੰਟਰਪ੍ਰੀਟੇਸ਼ਨ ਕੀ ਆ? P01 ਇੰਟੂ Q01। ਹੁਣ P01 ਮਤਲਬ ਕਿ ਪ੍ਰਾਈਸ ਇੰਡੈਕਸ ਦੀ ਗੱਲ ਕਰ ਰਹੇ ਹਾਂ, Q01 ਦਾ ਮਤਲਬ ਕੀ ਹੈਗਾ? ਅਸੀਂ ਇੱਥੇ ਕੁਆਂਟਿਟੀ ਇੰਡੈਕਸ ਦੀ ਗੱਲ ਕਰ ਰਹੇ ਹਾਂ। ਇਹਨਾਂ ਨੂੰ ਮਲਟੀਪਲਾਈ ਕਰਕੇ ਪਹਿਲੇ ਅਸੀਂ ਪ੍ਰਾਈਸ ਇੰਡੈਕਸ ਫਾਈਂਡ ਕੀਤਾ, ਫਿਰ ਕੁਆਂਟਿਟੀ ਇੰਡੈਕਸ ਫਾਈਂਡ ਕੀਤਾ। ਜਦ ਕਿ ਅਸੀਂ ਪਿਛਲੀਆਂ ਵੀਡੀਓਜ਼ ਦੇ ਵਿੱਚ ਕੁਆਂਟਿਟੀ ਇੰਡੈਕਸ ਬਾਰੇ ਗੱਲ ਨਹੀਂ ਕੀਤੀ, ਤਾਂ ਇਸੇ ਲੈਕਚਰ ਦੇ ਵਿੱਚ ਅਸੀਂ ਕੁਆਂਟਿਟੀ ਇੰਡੈਕਸ ਦੀ ਵੀ ਗੱਲ ਕਰ ਲਾਂਗੇ। ਸੋ ਦੋ ਅਗਰ ਸਾਡੇ ਕੋਲ ਕੋਈ ਡਾਟਾ ਗਿਵਨ ਆ, ਉਸ ਸੇਮ ਡਾਟਾ ਤੋਂ ਸੇਮ ਬੇਸ ਈਅਰ ਲੈ ਕੇ ਅਸੀਂ ਪ੍ਰਾਈਸ ਇੰਡੈਕਸ ਕੈਲਕੂਲੇਟ ਕਰ ਲਿਆ, ਕੁਆਂਟਿਟੀ ਇੰਡੈਕਸ ਕੈਲਕੂਲੇਟ ਕਰ ਲਿਆ, ਦੋਹਾਂ ਦੀਆਂ ਵੈਲਿਊਜ਼ ਨੂੰ, ਦੋਹਾਂ ਇੰਡੈਕਸਿਸ ਨੂੰ ਮਲਟੀਪਲਾਈ ਕੀਤਾ ਤੇ ਅਗਰ ਸਾਡੇ ਕੋਲ ਆਂਸਰ ਆ ਰਿਹਾ ਸਮੇਸ਼ਨ P1 Q1 ਓਵਰ ਸਮੇਸ਼ਨ P0 Q0, ਦੈਟ ਮੀਨਸ ਇਹ ਹੈਗੀ ਆ ਰੀਅਲ ਟਾਈਮ 'ਚ ਕਰੰਟ ਵੈਲਿਊ, ਇਹ ਹੈਗੀ ਰੀਅਲ ਟਾਈਮ ਦੇ ਵਿੱਚ ਬੇਸ ਵੈਲਿਊ। ਇਹ ਸਾਡੇ ਕੋਲ ਅਗਰ ਵੈਲਿਊ ਆ ਰਹੀ ਆ ਰੀਅਲ ਵੈਲਿਊ ਤਾਂ ਦੈਨ ਫੈਕਟਰ ਰਿਵਰਸਲ ਟੈਸਟ will be considered as satisfied। ਤਾਂ ਇਸ ਵੈਲਿਊ ਨੂੰ ਜਿਹੜਾ ਇਹਦੇ ਵਿੱਚ ਅਸੀਂ ਇੱਥੇ ਫਿਰ 100 ਨਹੀਂ ਮਲਟੀਪਲਾਈ ਕਰਨਾ, ਰੇਸ਼ੋ ਨਹੀਂ ਮਲਟੀਪਲਾਈ ਕਰਨੀ, ਸਿਰਫ ਅਸੀਂ ਉਹਨਾਂ ਦੀਆਂ ਜਿਹੜੀਆਂ ਰੀਅਲ ਵੈਲਿਊਜ਼ ਆ ਉਹਨਾਂ ਨੂੰ ਮਲਟੀਪਲਾਈ ਕਰਨਾ। ਤਾਂ ਦੈਨ ਇੱਥੇ ਅਸੀਂ ਦੇਖ ਸਕਦੇ ਹਾਂ ਕਿ ਇਹ ਟੈਸਟ ਵੀ ਅਗੇਨ ਸਿਰਫ ਫਿਸ਼ਰਸ ਇੰਡੈਕਸ ਹੀ ਇਹਨੂੰ ਸੈਟਿਸਫਾਈ ਕਰਦਾ। ਤਾਂ ਇਸ ਕਰਕੇ ਅਸੀਂ ਫਿਸ਼ਰਸ ਮੈਥਡ ਨੂੰ ਆਈਡੀਅਲ ਮੈਥਡ ਮੰਨਦੇ ਹਾਂ, ਬਿਕਾਜ਼ ਇਟ ਸੈਟਿਸਫਾਈਜ਼ ਬੋਥ TRT ਐਂਡ FRT। ਦੇਖੋ ਇਸ ਐਗਜ਼ਾਮਪਲ ਦੇ ਵਿੱਚ ਸਾਨੂੰ 5 ਗੁੱਡਸ ਦਿੱਤੀਆਂ ਆ ਜਿਨ੍ਹਾਂ ਦੇ ਲਈ 2 ਈਅਰਸ ਦਾ ਡਾਟਾ ਆ P0 Q0 P1 ਐਂਡ Q1। ਹੁਣ ਅਸੀਂ ਕਿਉਂਕਿ ਫਿਸ਼ਰਸ ਇੰਡੈਕਸ ਦੀ ਗੱਲ ਕਰ ਰਹੇ ਹਾਂ, ਵੈਸੇ ਤਾਂ ਕੋਈ ਵੀ ਫਾਰਮੂਲੇ 'ਚ ਤੁਸੀਂ ਇਹ ਅਪਲਾਈ ਕਰਕੇ ਦੇਖ ਸਕਦੇ ਹੋ, ਬਟ ਮੈਂ ਇੱਥੇ ਫਿਸ਼ਰਸ ਮੈਥਡ ਹੀ ਕਰ ਰਹੀ ਹਾਂ। ਤਾਂ ਫਿਸ਼ਰਸ ਮੈਥਡ ਦੇ ਲਈ ਸਾਡੀ ਰਿਕੁਆਇਰਮੈਂਟ ਕੀ? P0 Q0 P0 Q1 P1 Q0 P1 Q1। ਤਾਂ ਇਹ ਅਸੀਂ ਕੈਲਕੂਲੇਟ ਕਰ ਲਈਆਂ ਵੈਲਿਊਜ਼ ਇੱਥੇ ਮਲਟੀਪਲਾਈ ਕਰਕੇ, ਦੈਨ ਇਹਨਾਂ ਦਾ ਅਸੀਂ ਸਮ ਕਰ ਲੈਂਦੇ ਹਾਂ। ਹੁਣ ਫਿਸ਼ਰਸ ਇੰਡੈਕਸ ਦੇ ਅਕੋਰਡਿੰਗ ਸਾਡੇ ਕੋਲ ਫਾਰਮੂਲਾ ਕੀ ਹੈ? ਇਹ ਵਾਲਾ ਫਾਰਮੂਲਾ ਆ। ਹੁਣ ਇਸ ਫਾਰਮੂਲੇ ਦੇ ਵਿੱਚ ਵੈਲਿਊਜ਼ ਪੁੱਟ ਕਰਕੇ ਸਾਡੇ ਕੋਲ 254 ਆ ਗਿਆ P01। ਨਾਓ ਅਸੀਂ ਟਾਈਮ ਰਿਵਰਸਲ ਟੈਸਟ ਅਗਰ ਕਰਨਾ ਹੈ ਤਾਂ ਸਾਡੇ ਕੋਲ ਅਸੀਂ P01 ਇੰਟੂ P10 ਕਰਨਾ, ਦੈਟ ਮੀਨਸ ਟਾਈਮ ਨੂੰ ਰਿਵਰਸ ਕਰਨਾ। ਹੁਣ ਟਾਈਮ ਰਿਵਰਸ ਕਰਕੇ ਫਾਰਮੂਲਾ ਕੀ ਬਣੇਗਾ? ਕਿਉਂਕਿ ਸਾਨੂੰ P10 ਵੀ ਚਾਹੀਦਾ, ਕੁਛ ਅਲੱਗ ਫਾਰਮੂਲਾ ਨਹੀਂ ਆ। ਸਿੰਪਲੀ ਅਸੀਂ ਕੀ ਕਰਾਂਗੇ ਕਿ 01 ਨੂੰ 10 ਕੀਤਾ, ਤਾਂ ਅਸੀਂ ਇੱਥੇ ਕੀ ਕਰਨਾ ਆ? ਟਾਈਮ ਨੂੰ ਰਿਵਰਸ ਕਰ ਦੇਣਾ। ਜਿੱਥੇ ਜਿੱਥੇ 0 ਆ P ਦੇ ਵਿੱਚ, ਉੱਥੇ ਅਸੀਂ ਉਹਨੂੰ 1 ਕਰ ਦਾਂਗੇ ਅਤੇ 1 ਦੀ ਜਗ੍ਹਾ 'ਤੇ ਇੱਥੇ 0 ਕਰ ਦਾਂਗੇ। ਹੁਣ ਇੱਥੇ ਸਮੇਸ਼ਨ P1 Q0 ਆ, ਇਹ ਬਣ ਜਾਏਗਾ ਸਮੇਸ਼ਨ P0 Q1। ਦੈਟ ਮੀਨਸ ਕਿ 1 ਨੇ 0 ਬਣ ਜਾਣਾ, 0 ਨੇ 1 ਬਣ ਜਾਣਾ। ਸਿੰਪਲ ਜਿਹਾ ਫਾਰਮੂਲਾ, ਇਸ ਤਰ੍ਹਾਂ ਅਸੀਂ ਟਾਈਮ ਰਿਵਰਸ ਕਰ ਲਿਆ। ਇਹ ਫਾਰਮੂਲਾ ਬਣ ਗਿਆ ਸਮੇਸ਼ਨ P0 Q1। ਸੋ ਇੱਥੇ P10 ਸੀ, 01 ਬਣ ਗਿਆ, P11 ਸੀ, P00 00 ਸੀ, ਇੱਥੇ P1 Q1 P0 Q1 ਸੀ, P1 Q0 ਬਣ ਗਿਆ। ਹੁਣ ਇਹ ਵੈਲਿਊਜ਼ ਤਾਂ ਸਿਮਿਲਰਲੀ ਤੋਂ ਮਿਲ ਜਾਣੀਆਂ, P0 Q1 P1 Q1 P0 Q0 P1 Q0। ਇੱਥੇ ਵੈਲਿਊਜ਼ ਪੁੱਟ ਕਰਕੇ ਅਸੀਂ ਇਹ P10 ਦਾ ਆਂਸਰ ਫਾਈਂਡ ਕਰਦੇ ਹਾਂ। ਐਕਚੁਅਲੀ ਇੱਥੇ ਸਾਨੂੰ ਵੈਲਿਊਜ਼ ਨੂੰ ਸੋਲਵ ਕਰਨ ਦੀ ਵੀ ਲੋੜ ਨਹੀਂ ਹੈ। ਸਾਡੇ ਕੋਲ P01 ਐਂਡ P10 ਦਾ ਫਾਰਮੂਲੇ 'ਚ ਅਸੀਂ ਵੈਲਿਊਜ਼ ਪੁੱਟ ਕਰ ਲਈਆਂ। ਹੁਣ ਇੱਥੇ ਤੁਸੀਂ ਦੇਖ ਸਕਦੇ ਹੋ ਕਿ 1300 ਓਵਰ 510, ਇੱਥੇ ਕੀ ਆ? 510 ਓਵਰ 1300, 760 ਓਵਰ 299, 299 ਓਵਰ 760, ਇਹ ਉਹਦਾ ਰਿਵਰਸ ਆ ਗਿਆ। ਤਾਂ ਅਗਰ ਹੁਣ ਅਸੀਂ ਇਹ ਫਾਰਮੂਲੇ ਦੇ ਵਿੱਚ ਇਹ ਦੋਨਾਂ ਨੂੰ ਵੈਲਿਊਜ਼ ਨੂੰ ਪੁੱਟ ਕਰੀਏ ਤਾਂ ਸਾਡੇ ਕੋਲ ਫਾਰਮੂਲਾ ਕੀ ਬਣ ਜਾਏਗਾ?
तो इत्थे असी देख सकते हैं कि P01 इंटू P10 इत्थे वैल्यूज़ असी पुट कर दियां दोनों फार्मूले नूं मल्टीप्लाई करके। देखो पहले भी मैं गल कीती कि इस इहदे विच सिर्फ असी रियल वैल्यूज़ नूं मल्टीप्लाई करना, रेशो नूं नहीं लैना, 100 नूं नहीं लैना। हुण असी इत्थे सारियां वैल्यूज़ आपस दे विच की हो रही कैंसल हो रही। अगर ये कैंसल हो रही हैं दैट मीनस कि अंडर रूट वन का आंसर आ गया 1। तो टेस्ट साडा सैटिस्फाई हो गया। टाइम रिवर्सल टेस्ट इज़ सैटिस्फाइड। सो दैट मीनस कि ये साडे कोल जिहड़ा आइडियल इंडेक्स नंबर आ। सो फिशर्स इंडेक्स नंबर इज़ आइडियल बिकॉज इट सैटिस्फाइज TRT। हुण फैक्टर रिवर्सल टैस्ट की गल करांगे। फैक्टर रिवर्सल के लिए असी फॉर्मूला की पढ़िया P01 इंटू Q01। तो क्वांटिटी इंडेक्स की गल की है। हुण क्वांटिटी इंडेक्स की हुंदे आ साडे कोल, ये भी असी अगे पढ़ांगे। क्वांटिटी इंडेक्स भी सेम उस तरह बनते हैं जिस तरह असी प्राइस इंडेक्स पढ़े सी। हुण प्राइस इंडेक्स के विच P01 लैस पेयर का अगर फॉर्मूला देखिए की सीगा समेशन P1 Q0 P0 Q0 इंटू 100। सिंपली तुसी अगर इनू क्वांटिटी इंडेक्स के विच कन्वर्ट करना, की करना जिथे P लिखिया उहदी जगह Q लिख दो, Q की जगह ते P लिख दो। जिदा हुण इत्थे एक क्वांटिटी इंडेक्स फॉर लैस पेयर इंडेक्स की बन गया Q1 P0 ओवर P0 Q0, तो सेम ही रहेगा। विच साडे कोल फॉर्मूला की सी समेशन P1 Q1 P0 Q1। ਇਹਦਾ क्वांटिटी इंडेक्स बनाना होवे ते इत्थे की बन गया P1 Q1 या Q1 P1 ओवर Q0 P की जगह ते Q लिखता ते Q की जगह ते P लिख देना। P1 Q0 P1। ये साडे कोल पासचेज इंडेक्स नंबर फॉर क्वांटिटी इंडेक्स नंबर आ गया। हुण इस तरह अगर असी फिशर्स क्वांटिटी इंडेक्स बनाना होवे, पहले असी लिख लैंदे आ प्राइस इंडेक्स। प्राइस इंडेक्स फिशर्स दे लई की हुंदा लैस पेयर इंटू अंडर रूट ऑफ लैस पेयर इंटू पासचेज इंडेक्स नंबर। सो हियर यू कैन सी P01 फॉर फिशर्स मैथड, ये आ गया लैस पेयर इंटू पासचेज इंडेक्स। हुण इनू क्वांटिटी इंडेक्स के विच कन्वर्ट कर ले की कीता, जिथे P सी उहदी जगह Q लिखता और Q की जगह ते P। बेस सेम रहेगा, 1 0 नहीं चेंज करना बिकॉज इत्थे असी टाइम नहीं रिवर्स कर रहे, असी इत्थे फैक्टर नू रिवर्स कर रहे हैं। दैट मीनस प्राइस नू क्वांटिटी चेंज कर रहे हैं, क्वांटिटी नू प्राइस दे विच चेंज कर रहे हैं। तो इत्थे साडे कोल देखो P की जगह ते Q लिखता, Q की जगह ते P लिखता। सो इस तरह सिमिलरली असी इन्हां नू चेंज करके ये फॉर्मूले बना सकते हैं। किसी भी जिन्ने भी 7 मैथड्स असी कीते 7 मैथड्स नू इस तरह ही क्वांटिटी इंडेक्स दे विच तुसी कन्वर्ट कर सकते हो। अगर प्राइस इंडेक्स नू टाइम रिवर्स करना है तो सिंपल जिथे P1 आ और जिथे 1 आ उत्थे 0 लिख दो, जिथे 0 आ उत्थे 1 लिख दो Q दे लई भी। इस तरह जो क्वांटिटी का असी इंडेक्स बनाने हैं तो असी फैक्टर रिवर्स करते हैं। तो फैक्टर रिवर्स का मतलब P नू Q च चेंज करता, Q नू P दे विच चेंज करता, 1 0 नहीं चेंज करना, उन्होंने एज इट इज़ ही रखांगे। तो ये हो गया कन्वर्जन। हुण असी देखते हैं कि फिशर्स इंडेक्स नंबर असी बोलते हैं कि ये फैक्टर रिवर्सल टैस्ट नू सैटिस्फाई करता। तो फैक्टर रिवर्सल टैस्ट नू सैटिस्फाई करन दा मतलब की आ, ये फैक्टर रिवर्सल टैस्ट जिहड़ा आ उहदी मैथमेटिकल इंटरप्रटेशन की लिखी सी P01 इंटू Q01 विल बी समेशन P1 Q1 ओवर समेशन P0 Q0। ये होनी चाहिए है। तो हुण असी ये वैल्यूज़ नूं इत्थे P01 एंड Q01 दियां लैके देखते हैं कि आंसर साडा ये आ रहा। P01 असी पिछले टाइम रिवर्सल दे विच भी कैलकुलेट कीता सी, उहनूं एज इट इज़ असी इत्थे वैल्यूज़ लिख लियां 1300 ओवर 510 इंटू 760 ओवर 299 इंटू 100। ये सीगा P01। हुण Q01 कैलकुलेट करना। Q01 दे लई जिहड़ा फॉर्मूला समेशन Q1 P0 दैट इज़ 299 ओवर समेशन P0 Q0 दैट इज़ 510 इंटू समेशन Q1 P1 दैट इज़ 760 over summation Q0 P1 that is 1300 into 100। हुण असी की करना इनू P01 इंटू Q01 करना। ये विच P01 इंटू Q01 जो कीता, अगेन रेशो नहीं लैनी, सिर्फ असी वैल्यूज़ लैनियां। देखो जो रूट वाली वैल्यू ना मल्टीप्लाई होएगी तो रूट असी इक्को ही जगह लिख सकते हैं। अंडर रूट के अंडर वैल्यू इस तरह वैल्यूज़ होन तो इनू आपां की लिख सकते हैं अंडर रूट A इंटू B। तो सिमिलरली ये उपर भी रूट आ, ये उपर भी, तो असी इनू एक ही रूट के अंडर लिख सकते हैं। P01 इंटू Q01 299 ओवर 510
760 over 1300 1300 ਦੇ ਨਾਲ ਹੀ ਕੈਂਸਲ 299 ਦੇ ਨਾਲ 299 ਕੈਂਸਲ। ਹੁਣ ਇੱਥੇ ਅਗਰ ਅਸੀਂ ਦੇਖੀਏ ਤੇ ਸਾਡੇ ਕੋਲ ਵੈਲਿਊ ਕੀ ਆ ਰਹੀ ਆ 760 into 760 over 510 into 510 दैट मीनस कि ਇਹਦਾ ਸਕੁਏਅਰ ਹੈ ਤਾਂ ਰੂਟ ਕਿੰਨਾ ਆ ਜਾਏਗਾ 760 ਇਹਦਾ ਵੀ ਸਕੁਏਅਰ ਹੈ ਤਾਂ ਰੂਟ ਆ ਜਾਏਗਾ 510। ਹੁਣ ਤੁਸੀਂ ਦੇਖੋ 760 ਇੱਥੇ ਕਿੰਨਾ ਆ ਸਮੇਸ਼ਨ P1 Q1 ਤੇ 510 ਕੀ ਹੈ ਸਮੇਸ਼ਨ P0 Q0 ਤੇ ਫੈਕਟਰ ਰਿਵਰਸਲ ਟੈਸਟ ਦੀ ਇਹੀ ਡੈਫੀਨੇਸ਼ਨ ਆ ਕਿ P01 ਐਂਡ Q01 ਜਿਹੜਾ ਉਹਦਾ ਪ੍ਰੋਡਕਟ ਕੀ ਹੋਣਾ ਚਾਹੀਦਾ ਇਕੁਅਲ ਟੂ ਸਮੇਸ਼ਨ P1 Q1 ਸਮੇਸ਼ਨ P0 Q0 ਤੇ ਸਾਡੇ ਕੋਲ ਇਹੀ ਆਇਆ ਇਹਦਾ ਪ੍ਰੋਡਕਟ ਸਮੇਸ਼ਨ P1 Q1 over summation P0 Q0 which is 760 over 510 in this case. So here you can see the Fisher's index has satisfied both the time reversal as well as factor reversal test. इस करके असीं इहनूं बोलदे हां Fisher's ideal index.